अस्सलाम वालेकुम ਦੋਸਤੋ। ਜਿਸ ਤਰ੍ਹਾਂ ਹੀਰ ਨੂੰ ਲਿਖ ਕੇ ਪੀਰ ਵਾਰਿਸ ਸ਼ਾਹ ਨੇ ਅਮਰ ਕਰ ਦਿੱਤਾ ਸੀ, ਉਸੇ ਤਰ੍ਹਾਂ ਮਿਰਜ਼ਾ ਸਾਹਿਬਾਂ ਦੇ ਕਿੱਸੇ ਨੂੰ ਹਾਫਿਜ਼ ਬਰਖੁਰਦਾਰ ਨੇ ਲਿਖਿਆ ਤੇ ਉਹਨੂੰ ਅਮਰ ਕਰ ਦਿੱਤਾ। ਹਾਫਿਜ਼ ਬਰਖੁਰਦਾਰ ਪੰਜਾਬੀ ਦੇ ਬਹੁਤ ਵੱਡੇ ਤੇ ਮਾਨੀ ਸ਼ਾਇਰ ਹੋਏ ਨੇ। ਇਹਨਾਂ ਦੀਆਂ ਲਿਖੀਆਂ ਪੰਜਾਬੀ ਲੋਕ ਦਾਸਤਾਨਾਂ ਵਿੱਚ ਕਿੱਸਾ ਯੂਸਫ ਅਲੈਹਿਸਲਾਮ ਤੇ ਸੱਸੀ ਪੁੰਨੂ ਵੀ ਬਹੁਤ ਮਸ਼ਹੂਰ ਹੋਏ। ਅੱਜ ਤੁਹਾਨੂੰ ਉਹਨਾਂ ਦੇ ਮਕਬਰੇ ਦੀ ਸੈਰ ਕਰਾਣੇ ਆ ਤੇ ਨਾਲੇ ਤੁਹਾਨੂੰ ਵਿਖਾਣੇ ਆ ਸਿਆਲਕੋਟ ਦੀ ਧਰਤੀ ਤੇ ਮੌਜੂਦ 400 ਸਾਲ ਪੁਰਾਣਾ ਕਬਰਸਤਾਨ, ਜਿਸ ਦੇ ਅੰਦਰ ਇੱਕ 350 ਸਾਲ ਪੁਰਾਣੀ ਮਸਜਿਦ ਅੱਜ ਵੀ ਮੌਜੂਦ ਹੈ। ਦੋਸਤੋ, ਮੈਂ ਜ਼ਿਕਰ ਕਰ ਰਿਹਾ ਸਿਆਲਕੋਟ ਦੇ ਬਹੁਤ ਹੀ ਮਸ਼ਹੂਰ ਇਲਾਕੇ ਚਿੱਟੀ ਸ਼ੇਹਾਂ ਦੀ, ਕਿ ਜਿਸ ਦੀ ਆਪਣੀ ਤਾਰੀਖ ਵੀ ਕੋਈ ਲਗਭਗ 1000 ਸਾਲ ਪੁਰਾਣੀ ਹੈ। ਅੱਜ ਤੋਂ ਕੋਈ 400 ਸਾਲ ਪਹਿਲਾਂ ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ਕਰ ਰਹਿਮਤੁल्लाह ਅਲੈਹ, ਉਹਨਾਂ ਦੇ ਪੋਤੇ ਹਜ਼ਰਤ ਸ਼ੇਖ ਬਦਰੁੱਦੀਨ ਸੁਲੇਮਾਨ ਚਿਸ਼ਤੀ ਰਹਿਮਤੁल्लाह ਅਲੈਹ ਚਿਸ਼ਤੀਆਂ ਦੇ ਉੱਤੋਂ ਹਿਜਰਤ ਕਰਕੇ ਸਿਆਲਕੋਟ ਦੇ ਇਸ ਇਲਾਕੇ ਦੇ ਅੰਦਰ ਤਸ਼ਰੀਫ ਲਿਆਏ ਤੇ ਉਹਨਾਂ ਨੇ ਇੱਥੇ ਕਾਫੀ ਅਰਸਾ ਕਿਆਮ ਕੀਤਾ। ਦੋਸਤੋ, ਉਹਨਾਂ ਨੇ ਇਸ ਕਿਆਮ ਦੇ ਦੌਰਾਨ ਇਸ ਪਿੰਡ ਦੇ ਅੰਦਰ, ਇਸ ਇਲਾਕੇ ਦੇ ਅੰਦਰ ਸ਼ਾਦੀ ਵੀ ਕੀਤੀ ਤੇ ਉਹਨਾਂ ਦੀ ਔਲਾਦ ਵੀ ਹੋਈ ਤੇ ਉਹਨਾਂ ਦੀ ਨਸਲ ਅੱਜ ਵੀ ਚਿੱਟੀ ਸ਼ੇਖਾਂ ਦੇ ਅੰਦਰ ਮੌਜੂਦ ਹੈ। ਦੋਸਤੋ, ਜਦੋਂ ਹਜ਼ਰਤ ਬਦਰੁੱਦੀਨ ਸੁਲੇਮਾਨ ਚਿਸ਼ਤੀ ਰਹਿਮਤੁल्लाह ਅਲੈਹ ਆਪਣੇ ਕਿਆਮ ਤੋਂ ਬਾਅਦ ਵਾਪਸ ਚਿਸ਼ਤੀਆਂ ਚਲੇ ਗਏ ਤੇ ਉਹਨਾਂ ਦੇ ਜਿਹੜੇ ਜਾਨਸ਼ੀਨ ਹਨ ਨਾ, ਸ਼ੇਖ ਅਬਦੁਲ ਫਤਾਹ ਰਹਿਮਤੁल्लाह ਅਲੈਹ, ਉਹਨਾਂ ਨੇ ਇੱਥੇ ਹੀ ਕਿਆਮ ਕੀਤਾ ਤੇ ਅੱਗੋਂ ਉਹਨਾਂ ਨੇ ਨਸਲ ਆਪਣੀ ਇੱਥੇ ਹੀ ਚਲਾਈ। ਇਹ ਸਾਰਾ ਵਾਕਿਆ ਸਿਆਲਕੋਟ ਦੇ ਬਹੁਤ ਹੀ ਮਸ਼ਹੂਰ ਲਿਖਾਰੀ ਪੀਰ ਮੁਹੰਮਦ ਅਜਮਲ ਚਿਸ਼ਤੀ ਨੇ ਆਪਣੀ ਕਿਤਾਬ ਤਾਜੁਲ ਆਰਿਫੀਨ ਦੇ ਵਿੱਚ ਵੀ ਬਿਆਨ ਕੀਤਾ ਹੈ। ਚਿੱਟੀ ਸ਼ੇਹਾਂ ਦਾ ਇਲਾਕਾ ਉਸ ਵਕਤ ਸਿਆਲਕੋਟ ਸ਼ਹਿਰ ਦੀ ਹਦੂਦ ਤੋਂ ਬਾਹਰ ਗਿਣਿਆ ਜਾਂਦਾ ਸੀ ਤੇ ਇਹਨੂੰ ਕਸ਼ਮੀਰ ਦਾ ਗੇਟਵੇ ਮੰਨਿਆ ਜਾਂਦਾ ਸੀ, ਕਿਉਂਕਿ ਇਹਦੀ ਜੁਗਰਾਫੀਆਈ ਲੋਕੇਸ਼ਨ ਬਹੁਤ ਹੀ ਜ਼ਬਰਦਸਤ ਸੀ। ਅਸੀਂ ਇਸ ਵਕਤ ਪਹੁੰਚ ਗਏ ਹਾਂ ਸਿਆਲਕੋਟ ਦੇ ਬਹੁਤ ਹੀ ਪੁਰਾਣੇ ਕਬਰਸਤਾਨ ਦੇ ਅੰਦਰ। ਚਲੋ ਤੁਹਾਨੂੰ ਅੰਦਰ ਜਾ ਕੇ ਵਿਖਾਣੇ ਆ ਕਬਰਸਤਾਨ ਦੇ ਅੰਦਰ ਕਿਹੜੇ ਕਿਹੜੇ ਹੋਰ ਮਕਬਰੇ ਵੀ ਮੌਜੂਦ ਨੇ ਤੇ ਕਿਹੜੀਆਂ ਕਿਹੜੀਆਂ ਵੱਡੀਆਂ ਹਸਤੀਆਂ ਇਸ ਕਬਰਸਤਾਨ ਦੇ ਅੰਦਰ ਮਦਫੂਨ ਨੇ। ਤੁਸੀਂ ਵੇਖ ਸਕਦੇ ਹੋ ਕਬਰਸਤਾਨ ਦਾ ਨਾਮ ਪੀਰ ਗੁਲਾਮ ਫਰੀਦੁੱਦੀਨ ਉਹਨਾਂ ਦੇ ਨਾਂ ਦੇ ਉੱਤੋਂ ਰੱਖਿਆ ਗਿਆ ਹੈ, ਕਿਉਂਕਿ ਇਹ ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ਕਰ ਦੀ ਲੜੀ ਦੇ ਵਿੱਚੋਂ ਹਨ। ਇਸ ਲਈ ਇਸ ਕਬਰਸਤਾਨ ਦਾ ਨਾਂ ਉਹਨਾਂ ਦੀ ਨਿਸਬਤ ਦੇ ਨਾਲ ਹੀ ਰੱਖਿਆ ਗਿਆ। ਇਹ ਜਿਹੜਾ ਮਕਬਰਾ ਤੁਸੀਂ ਸਾਹਮਣੇ ਵੇਖ ਰਹੇ ਹੋ, ਇਹ ਵੀ ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ਕਰ ਰਹਿਮਤੁल्लाह ਅਲੈਹ ਦੇ ਜਿਹੜੇ ਪੋਤੇ ਸਨ ਨਾ, ਉਹਨਾਂ ਦੇ ਅੱਗੋਂ ਜਿਹੜੇ ਜਾਨਸ਼ੀਨ ਇੱਥੇ ਰਹਿ ਗਏ ਹਨ, ਇਹ ਉਹਨਾਂ ਦਾ ਮਕਬਰਾ ਹੈ ਤੇ ਇਹ ਵੀ ਕੋਈ 300 ਸਾਲ ਤੋਂ ਪਲੱਸ ਹੀ ਜਿਹੜਾ ਨਾ ਪੁਰਾਣਾ ਹੈ। ਯਕੀਨ ਕਰੋ ਦੋਸਤੋ ਕਿ ਇਸ ਹਾਤੇ ਦੇ ਅੰਦਰ ਪਹੁੰਚਦਿਆਂ ਹੀ ਐਸਾ ਦਿਲ ਨੂੰ ਸਕੂਨ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਯਾਰ ਅੱਲਾਹ ਤਾਲਾ ਦੀ ਰਹਿਮਤ ਜਿਹੜੀ ਹੈ ਨਾ ਹਮਾ ਵਕਤ ਇੱਥੇ ਮੌਜਜ਼ਾ ਨੇ ਤੇ ਉਹਦੇ ਕਰਮ ਦੀ ਜਿਹੜੀ ਬਾਰਿਸ਼ ਹੈ ਨਾ ਉਹ ਦਿਲਾਂ ਦੇ ਉੱਤੇ ਮਹਿਸੂਸ ਹੋ ਰਹੀ ਹੈ। ਕਬਰਸਤਾਨ ਦਾ ਜਿਹੜਾ ਅਹਾਤਾ ਹੈ ਇਸ ਵਕਤ ਤੁਸੀਂ ਸਾਹਮਣੇ ਵੇਖ ਰਹੇ ਹੋ ਨਾ, ਇਹ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜੇ ਕੁਰੈਸ਼ ਖਾਨਦਾਨ ਦੇ ਲੋਕ ਸਨ ਨਾ, ਉਸ ਵਕਤ ਹਿਜਰਤ ਕਰਕੇ ਜਿਹੜੇ ਬਰੇ ਸਗੀਰ ਦੇ ਇਸ ਇਲਾਕੇ ਦੇ ਅੰਦਰ ਆ ਕੇ ਆਬਾਦ ਹੋਏ ਹਨ, ਇਹ ਉਹਨਾਂ ਦੀਆਂ ਜਿਹੜੀਆਂ ਨਾ ਕਬਰਾਂ ਨੇ। 1920 ਦੇ ਅੰਦਰ ਅੰਗਰੇਜ਼ ਦੌਰ ਦੇ ਅੰਦਰ ਇੱਕ ਗਜ਼ਟ ਜਿਹੜਾ ਮੁਰਤਬ ਹੋਇਆ ਸੀ, ਉਹਦੇ ਅੰਦਰ ਵੀ ਇਹ ਗੱਲ ਦੀ ਤਸਦੀਕ ਕੀਤੀ ਜਾ ਸਕਦੀ ਹੈ ਕਿ ਇਹ ਵਾਲਾ ਜਿਹੜਾ ਏਰੀਆ ਚਿੱਟੀ ਸ਼ੇਹਾਂ ਦਾ ਕਬਰਸਤਾਨ ਦਾ ਖਾਸ ਮਹਿਸੂਸ ਜਿਸ ਇਲਾਕੇ 'ਚ ਅਸੀਂ ਇਸ ਟਾਈਮ ਖੜੇ ਆ, ਇਹ ਹਜ਼ੂਰ ਪਾਕ ਦੇ ਜਿਹੜੇ ਕੁਰੈਸ਼ੀ ਖਾਨਦਾਨ ਦੇ ਨਾਲ ਤਲਕ ਰੱਖਣ ਵਾਲੇ ਲੋਕ ਸਨ ਨਾ, ਇਹ ਉਹਨਾਂ ਦੀਆਂ ਕਬਰਾਂ ਨੇ। ਹੁਣ ਅਸੀਂ ਮਜ਼ੀਦ ਅੱਗੇ ਚੱਲਨੇ ਆ, ਕਬਰਸਤਾਨ ਨੂੰ ਥੋੜਾ ਹੋਰ ਐਕਸਪਲੋਰ ਕਰਨੇ ਆ ਤੇ ਨਾਲੇ ਉਹ ਮਸਜਿਦ ਵਿਖਾਣੇ ਆ ਜਿਹੜੀ 350 ਸਾਲ ਪੁਰਾਣੀ ਹੈ, ਇਸ ਕਬਰਸਤਾਨ ਦੇ ਅਹਾਤੇ ਦੇ ਅੰਦਰ ਮੌਜੂਦ ਹੈ ਤੇ ਨਾਲੇ ਤੁਹਾਨੂੰ ਮਕਬਰਾ ਵਿਖਾਣੇ ਆ ਸੂਫੀ ਸ਼ਾਇਰ ਬਰਖੁਰਦਾਰ ਰਾਂਝਾ ਰਹਿਮਤੁल्लाह ਅਲੈਹ ਦਾ। ਰਬੀਉਲ ਅਵਲ ਦਾ ਮਹੀਨਾ ਚੱਲ ਰਿਹਾ, ਸਰਕਾਰ ਦੀ ਆਮਦ ਦਾ ਜਿਹੜਾ ਮਹੀਨਾ ਹੈ, ਉਸ ਵਜ੍ਹਾ ਦੇ ਨਾਲ ਤੁਹਾਨੂੰ ਪਤਾ ਹੈ ਕਿ ਹਰ ਜਗ੍ਹਾ ਮਹਿਫਲਾਂ ਦਾ ਇਨਕਾਦ ਹੋ ਰਿਹਾ ਹੁੰਦਾ ਹੈ ਤੇ ਅੱਜ ਇਸ ਮਸਜਿਦ ਦੇ ਅੰਦਰ ਵੀ ਸਰਕਾਰ ਦੀ ਮਹਿਫਲ ਦਾ ਇਨਕਾਦ ਹੈ ਤੇ ਕਾਫੀ ਸਾਰੇ ਲੋਕ ਜਿਹੜੇ ਨਾ ਇੱਥੇ ਜਮ੍ਹਾਂ ਨੇ। ਇਹ ਮਸਜਿਦ ਨੂੰ ਕਾਫੀ ਅਰਸਾ ਬੰਦ ਕਰ ਦਿੱਤਾ ਗਿਆ ਸੀ ਤੇ ਰੀਸੈਂਟਲੀ ਹੁਣ ਹੀ ਥੋੜੇ ਅਰਸੇ ਤੋਂ ਹੀ ਇਹਨੂੰ ਦੁਬਾਰਾ ਤੋਂ ਆਬਾਦ ਕੀਤਾ ਗਿਆ ਹੈ ਤੇ ਇਹ ਮਹਿਫਲ ਦੇ ਨਾਲ ਸਮਝੋ ਕਿ ਇਹਦੀ ਇਨਾਗੂਰੇਸ਼ਨ ਕੀਤੀ ਜਾ ਰਹੀ ਹੈ। 350 ਸਾਲ ਪੁਰਾਣੀ ਹੈ ਮਸਜਿਦ, ਤੁਸੀਂ ਇਹਦੇ ਨਕਸ਼ੋ ਨਗਾਰ ਤੋਂ ਬਖੂਬੀ ਅੰਦਾਜ਼ਾ ਲਗਾ ਰਹੇ ਹੋਵੋਗੇ ਤੇ ਇਹਦੇ ਨਾਲ ਹੀ ਰਾਈਟ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਇਹ ਮਕਬਰਾ ਮੌਜੂਦ ਹੈ ਸੂਫੀ ਸ਼ਾਇਰ ਬਰਖੁਰਦਾਰ ਰਾਂਝਾ ਰਹਿਮਤੁल्लाह ਅਲੈਹ ਦਾ।
ਮਸਜਿਦ ਦੇ ਨਾਲ ਹੀ ਥੋੜਾ ਜਿਹਾ ਅੱਗੇ ਚੱਲ ਕੇ ਇੱਕ ਹੋਰ ਮਕਬਰਾ ਮੌਜੂਦ ਹੈ। ਇਹਦੇ ਨਕਸ਼ੋ ਨਗਾਰ ਵੀ ਤੁਸੀਂ ਮੁਲਾਹਜ਼ਾ ਕਰ ਸਕਦੇ ਹੋ ਕਿ ਇਹ ਵੀ 300 ਸਾਲ ਪੁਰਾਣੀ ਕਾਰੀਗਰੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਇਹਦੀ ਬਰੀਕੀ ਨੂੰ ਵੀ ਤੁਸੀਂ ਮੁਲਾਹਜ਼ਾ ਕਰੋ ਤੇ ਅੰਦਾਜ਼ਾ ਲਗਾਓ ਕਿ ਉਸ ਵਕਤ ਜ਼ਾਹਰ ਹੈ ਕਿਸੇ ਵੱਡੀ ਹਸਤੀ ਦਾ ਹੀ ਹੈ ਜਿਹੜਾ ਮਕਬਰਾ ਹੋਣਾ ਹੈ ਕਿ ਜਿਹਨੂੰ ਐਡੇ ਸ਼ਾਨੋ ਸ਼ੌਕਤ ਦੇ ਨਾਲ ਬਣਾਇਆ ਗਿਆ ਹੈ। ਚਲੋ ਮਜ਼ੀਦ ਹੁਣ ਅੱਗੇ ਵਧਨੇ ਆ ਤੇ ਮਕਬਰੇ ਦੀ ਸੈਰ ਕਰਨੇ ਆ ਹਾਫਿਜ਼ ਬਰਖੁਰਦਾਰ ਰਹਿਮਤੁल्लाह अलैह ਦੇ। ਦੋਸਤੋ ਤੁਹਾਨੂੰ ਪਤਾ ਹੈ ਕਿ ਬਰੇ ਸਗੀਰ ਦੇ ਇਲਾਕੇ ਦੇ ਅੰਦਰ ਲੋਕ ਦਾਸਤਾਨਾਂ ਦਾ ਇੱਕ ਅਹਿਮ ਮੁਕਾਮ ਰਹਿ ਚੁੱਕਿਆ ਹੈ। ਜਿੰਨੇ ਵੀ ਸੂਫੀ ਬਜ਼ੁਰਗ ਸ਼ਾਇਰ ਹੋਏ ਨੇ, ਅਗਰ ਉਹਨਾਂ ਨੇ ਇਹ ਲੋਕ ਦਾਸਤਾਨਾਂ ਦਾ ਰਸਤਾ ਅਪਣਾਇਆ ਨਾ, ਯਕੀਨ ਕਰੋ ਕਿ ਇਹਨਾਂ ਨੇ ਕਿੱਸੇ ਤੇ ਮਿਰਜ਼ਾ ਸਾਹਿਬਾਂ ਤੇ ਸੱਸੀ ਪੁੰਨੂ ਇਹ ਲਿਖੇ ਨੇ, ਜ਼ਰੂਰ ਲਿਖੇ ਨੇ, ਲੇਕਿਨ ਉਹਨਾਂ ਨੇ ਇਹਨਾਂ ਨੂੰ ਇਸਤਾਰਾ ਬਣਾਇਆ ਹੈ, ਤਸ਼ਬੀਹ ਦਿੱਤੀ ਹੈ। ਇਹਨਾਂ ਦੇ ਅੰਦਰ ਉਹਨਾਂ ਨੇ ਜਿਹੜਾ ਮਵਾਦ ਤੁਸੀਂ ਅਗਰ ਪੜੋਗੇ ਨਾ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਯਾਰ ਇਹ ਤੇ ਸੂਫੀਆਨਾ ਰੰਗ ਹੈ ਤੇ ਇਹ ਤੇ ਸ਼ਾਨ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਬਿਆਨ ਕੀਤੀ ਜਾ ਰਹੀ ਹੈ ਜਾਂ ਅੱਲਾ ਦੀ ਹਮਦੋ ਸਨਾ ਵਿੱਚ ਬਿਆਨ ਕੀਤੀ ਜਾ ਰਹੀ ਹੁੰਦੀ ਹੈ। ਇਹ ਸੂਫੀਆ ਦਾ ਇੱਕ ਤਰੀਕਾ ਸੀ ਇਸ ਇਲਾਕੇ ਦੇ ਲੋਕਾਂ ਨੂੰ ਇਸਲਾਮ ਦੇ ਨਾਲ ਰੂਸ਼ਨਾਸ ਕਰਾਉਣ ਦਾ। ਬਜ਼ੁਰਗਾਂ ਨੇ ਦੀਨ ਤੇ ਸੂਫੀਆ ਦੇ ਬਾਰੇ 'ਚ ਹਰ ਬੰਦੇ ਦਾ ਇੱਕ ਆਪਣਾ ਨੁਕਤਾ ਨਜ਼ਰ ਹੈ। ਕੁਝ ਲੋਕ ਇਹਨਾਂ ਦੀ ਅਜ਼ਮਤ ਨੂੰ ਤਸਲੀਮ ਕਰਦੇ ਨੇ, ਮੰਨਦੇ ਨੇ, ਕੁਝ ਲੋਕ ਨਹੀਂ ਮੰਨਦੇ। ਜ਼ਾਹਰ ਹੈ ਕਿਸੇ ਦੀ ਸੋਚ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਨਾ ਹੀ ਕਿਸੇ ਦੇ ਉੱਤੇ ਆਪਣੀ ਸੋਚ ਨੂੰ ਜ਼ਬਰਦਸਤੀ ਥੋਪਿਆ ਜਾ ਸਕਦਾ ਹੈ। ਤੇ ਜਿਹੜੇ ਮੰਨਦੇ ਨੇ ਉਹ ਵੀ ਬਿਹਤਰ ਨੇ ਤੇ ਜਿਹੜੇ ਨਹੀਂ ਮੰਨਦੇ ਉਹ ਵੀ ਬਿਹਤਰ ਨੇ, ਅਸੀਂ ਕਿਸੇ ਦੇ ਬਾਰੇ 'ਚ ਨਹੀਂ ਕਹਿ ਸਕਦੇ। ਦੋਸਤੋ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਸਫ਼ਰਨਾਮਾ, ਅੱਜ ਦੀ ਇਹ ਤਾਰੀਖੀ ਵੀਡੀਓ ਬਹੁਤ ਪਸੰਦ ਆਈ ਹੋਏਗੀ ਤੇ ਆਪਣੀ ਰਾਏ ਦਾ ਇਜ਼ਹਾਰ ਕਮੈਂਟਸ 'ਚ ਜ਼ਰੂਰ ਕਰਿਓ, ਕਿਉਂਕਿ ਤੁਹਾਡੀ ਰਾਏ ਦੇ ਨਾਲ ਹੀ ਅਸੀਂ ਆਪਣੇ ਇਸ ਕੰਟੈਂਟ ਨੂੰ ਬਿਹਤਰ ਬਣਾ ਸਕਦੇ ਹਾਂ ਤੇ ਤੁਹਾਡੇ ਲਈ ਬਹੁਤ ਮਜ਼ੀਦ ਅੱਛੀਆਂ ਵੀਡੀਓਜ਼ ਨੂੰ ਪੇਸ਼ ਕਰ ਸਕਦੇ ਹਾਂ। ਓਕੇ ਜੀ, ਫੀ ਅਮਾਨਿल्लाह, ਅੱਲਾ ਹਾਫਿਜ਼। ਹਾਫਿਜ਼ ਸਾਹਿਬ ਦਾ ਇੱਕ ਮਸ਼ਹੂਰ ਸ਼ੇਰ ਹੈ, ਕੁੱਤੀ ਮਰੇ ਫਕੀਰ ਦੀ ਜਿਹੜੀ ਚੂੰ ਚੂੰ ਨਿਤ ਕਰੇ, 5-7 ਮਰਨ ਗਵੰਡ ਨਾ ਰਹਿੰਦੀਆਂ ਨੂੰ ਤਾਪ ਚੜੇ, ਗਲੀਆਂ ਹੋ ਜਾਣ ਸੁੰਝੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਤੇ ਵਿੱਚ ਮਿਰਜ਼ਾ ਯਾਰ ਫਿਰੇ।